ਲਾਬਡਾਨੀਆਸ ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ ਤੂੰ ਮੇਰੋ ਮੇਰ ਪਰਬਤ ਸੁਆਮੀ ਔਟ ਗਈ ਮੈਂ ਤੇਰੀ ਨਾ ਤੁਮ ਡੋਲੋ ਨਾ ਹਮ ਗਿਰਤੇ ਰੱਖ ਲੀਨੀ ਹਰ ਮੇਰੀ ਤੇਰੇ ਕਵਨ ਕਵਨ ਗੁਣ ਕਹਿ ਗਵਾਂ ਤੂੰ ਸਾਹਿਬ ਗੁਣੀ ਨਿਦਾਨਾ ਤੁਮਰੀ ਮਹਿਮਾ ਬਰਨ ਨਾ ਸਕੂੰ ਤੂੰ ਠਾਕੁਰ ਊਚ ਭਗਵਾਨਾ ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ ਸਾ ਬਿਦ ਤੁਮਹਰ ਜਾਨੋ ਆਪੇ ਹਮ ਰੁਲਤੇ ਫਿਰਤੇ कोई बात ना पूछता गुर सत गुर संग कीरे हम थापे धन धन गुरु नानक जन केरा जित मिलय चुके सब सोग संतापे वाहिगुरु जी का खालसा वाहिगुरु जी की फतेह। परम सन्मानयोग सतगुरु धन धन साहिब श्री गुरु ग्रंथ साहिब महाराज जी जिन्हां दी पावन अते पवित्र हजूरी अंदर रात्रि दे दीवाना विच हाजरियां भर के गुरबाणी पढ़ सुन के सत संगत करके अपना मनुखा जीवन सफला कर रहे अति सत्कारयोग गुरु सवारी सत संगी जनो आओ सतगुरां दी किरपा दे सदका पावन बाणी दे शब्द कीर्तन आप जी ने गुरु प्यार वालियां पासों बड़े प्यार दे नाल सरवण कीते ने। आओ सतगुरां दी किरपा दे सदका 10वें पातशाह सतगुरु धन धन साहिब श्री गुरु गोबिंद सिंह साहिब महाराज जी दे
ਪਾਵਨ ਜੀਵਨ ਦੀਆਂ ਮੌਲਿਕ ਵਿਚਾਰਾਂ ਦੇ ਰਾਹੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਨਾਲ ਜੁੜਨ ਦਾ ਯਤਨ ਕਰੀਏ। ਕੱਲ ਦੇ ਸਮਾਗਮਾਂ ਤੱਕ ਆਪਾਂ ਸਾਰੇ ਜਣੇ ਮਿਲ ਕੇ ਵਿਚਾਰ ਰਹੇ ਸੀ ਕਿ ਪਟਨਾ ਸਾਹਿਬ ਦੀ ਧਰਤੀ ਦੇ ਉੱਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋ ਚੁੱਕਿਆ ਹੈ। ਪੀਰ ਭੀਖਣ ਸ਼ਾਹ ਨੇ ਜਾ ਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਿਹੜਾ ਰਾਜ ਸੀ ਉਹ ਪ੍ਰਗਟ ਕੀਤਾ। ਸਤਿਗੁਰਾਂ ਨੇ ਪੀਰ ਭੀਖਣ ਸ਼ਾਹ ਦੇ ਮਨ ਦੇ ਵਿੱਚ ਵੱਡੇ ਸਵਾਲ ਜਿਹੜੇ ਸਨ, ਦੋਨੋਂ ਕੁੱਜੀਆਂ ਤੋੜ ਕੇ ਇਹਦੇ ਮਨ ਦੇ ਸਵਾਲਾਂ ਦਾ ਜਵਾਬ ਦੇ ਦਿੱਤਾ ਕਿ ਮੈਂ ਕੁੱਜੀਆਂ ਦੇ ਵਿੱਚੋਂ ਧਰਮ ਨੂੰ ਕੱਢ ਕੇ ਸੱਚਮੁੱਚ ਮਨੁੱਖ ਨੂੰ ਧਰਮੀ ਬਣਾਉਣ ਵਾਸਤੇ ਆਇਆ। ਸਤਿਗੁਰਾਂ ਨੇ ਪਾਵਨ ਬਾਣੀ ਦੇ ਅੰਦਰ ਦੋਨਾਂ ਹੀ ਧਰਮਾਂ ਨੂੰ ਸਮਝਾਇਆ ਹੈ। ਮੁਸਲਮਾਨ ਧਰਮ ਨੂੰ ਵੀ ਕਿਹਾ ਕਿ ਜਿਹੜਾ ਤੂੰ ਖੁਦਾ ਦਾ ਘਰ ਕਹਿੰਦਾ ਉੱਥੇ ਖੁਦਾ ਦੇ ਬੰਦੇ ਨੂੰ ਜਾਣ ਦੀ ਇਜਾਜ਼ਤ ਨਹੀਂ। ਤੇ ਬ੍ਰਾਹਮਣ ਨੂੰ ਵੀ ਸਤਿਗੁਰਾਂ ਨੇ ਸਮਝਾਇਆ ਵੀ ਜਿਹੜਾ ਤੂੰ ਰੱਬ ਦਾ ਘਰ ਬਣਾ ਕੇ ਬੈਠਾ ਉੱਥੇ ਰੱਬ ਦੇ ਪਿਆਰਿਆਂ ਨੂੰ ਹੀ ਧੱਕੇ ਪੈਂਦੇ ਨੇ। ਕੱਲ ਆਪਾਂ ਭਗਤ ਨਾਮਦੇਵ ਜੀ ਦਾ ਸ਼ਬਦ ਇੱਕ ਪੜ੍ਹਿਆ ਸੀ ਕਿ ਭਗਤੀ ਕਰਨ ਵਾਸਤੇ ਭਗਤੀ ਵਾਲੇ ਸਥਾਨ ਦੇ ਉੱਤੇ ਆ ਕੇ ਬੈਠਾ ਤੇ ਉਹਨਾਂ ਨੂੰ ਵੀ ਧੱਕੇ ਮਾਰ ਕੇ ਉਸ ਸਥਾਨ ਤੋਂ ਬਾਹਰ ਕੱਢ ਦਿੱਤਾ ਗਿਆ। ਸਤਿਗੁਰਾਂ ਨੇ ਰਹਿਮਤ ਕੀਤੀ, ਮਨੁੱਖ ਨੂੰ ਸਮਝਾਇਆ ਕਿ ਮਨੁੱਖ ਆਪਣੇ ਹਿਸਾਬ ਦੇ ਨਾਲ ਹੀ ਇੱਟਾਂ ਲਗਾ ਕੇ, ਕੋਈ ਕਹਿੰਦਾ ਖੁਦਾ ਦਾ ਘਰ ਏ, ਕੋਈ ਕਹਿੰਦਾ ਰੱਬ ਦਾ ਘਰ ਏ। ਅਸਲ ਦੇ ਵਿੱਚ ਫਿਰ ਐਸੇ ਸਥਾਨਾਂ ਦੇ ਉੱਤੇ ਬੈਠਣ ਵਾਲਿਆਂ ਦੀ ਬਿਰਤੀ ਵੀ ਇੱਕ ਬਾਹਰ ਘੁੰਮਣ ਵਾਲੇ ਮਨੁੱਖ ਦੀ ਹੋਈ ਹੈ, ਉਹਦੀ ਰੱਬ ਵਾਲੀ ਬਿਰਤੀ ਨਹੀਂ ਬਣ ਸਕਦੀ। ਕਿਉਂਕਿ ਗੁਰੂ ਦੇ ਕੋਲੇ ਆ ਕੇ ਜੇ ਗੁਰੂ ਵਾਲੀ ਬਿਰਤੀ ਬਣਾਉਣੀ ਹੈ, ਗੁਰੂ ਅਮਰਦਾਸ ਮਹਾਰਾਜ ਜੀ ਦੇ ਬਚਨ ਪੜ੍ਹਦੇ ਹੋ ਪਾਵਨ ਬਾਣੀ ਦੇ ਅੰਦਰ, ਸਤਿਗੁਰ ਕੀ ਪ੍ਰਤੀਤ ਨ ਆਈਆ ਸ਼ਬਦ ਨ ਲਾਗੋ ਪਾਓ। ਜੇ ਗੁਰੂ ਸਾਹਿਬ ਦੇ ਚਰਨਾਂ ਨਾਲ ਤੇਰੀ ਪ੍ਰੀਤ ਨਹੀਂ ਪਈ, ਤੈਨੂੰ ਸ਼ਬਦ ਦੀ ਸਮਝ ਨਹੀਂ ਲੱਗੀ, ਗੁਰੂ ਦੇ ਸ਼ਬਦ ਨੂੰ ਜੀਵਨ ਦਾ ਆਧਾਰ ਨਹੀਂ ਬਣਾਇਆ। ਸਤਿਗੁਰ ਕੀ ਪ੍ਰਤੀਤ ਨ ਆਈਆ ਸ਼ਬਦ ਨ ਲਾਗੋ ਭਾਉ। ਸਤਿਗੁਰੂ ਜੀ ਕਹਿੰਦੇ ਉਸ ਨੂੰ ਸੁਖ ਨਾ ਉਪਜੈ, ਭਾਵੇਂ 100 ਗੇੜਾ ਆਵੋ ਜਾਓ, ਨਾਨਕ ਗੁਰਮੁਖ ਸਹਿਜ ਮਿਲੈ। ਸਤਿਗੁਰੂ ਜੀ ਕਹਿੰਦੇ ਜਿਹੜਾ ਗੁਰਮੁਖ ਹੈ ਉਹ ਸਹਿਜ ਅਵਸਥਾ ਦੇ ਵਿੱਚ ਰਹਿੰਦਿਆਂ ਹੋਇਆਂ ਆਪਣੇ ਹਿਰਦੇ ਦੇ ਅੰਦਰ ਰੱਬ ਨੂੰ ਵਸਾ ਲੈਂਦਾ ਹੈ। ਪਰ ਜੇ ਗੁਰੂ ਦੀ ਪ੍ਰੀਤ ਨਹੀਂ ਤੇ ਫਿਰ ਤੂੰ ਭਾਵੇਂ ਜਿੰਨਾ ਮਰਜੀ ਵਾਹਿਗੁਰੂ ਵਾਹਿਗੁਰੂ ਉੱਚਾ ਉੱਚਾ ਕਰੀ ਚੱਲ, ਫਰਕ ਨਹੀਂ ਕੋਈ ਪੈਣਾ। ਫਰਕ ਤੇ ਤਾਂ ਪੈਣਾ ਜੇ ਤੇਰਾ ਅੰਦਰੋਂ ਮਨ ਗੁਰੂ ਚਰਨਾਂ ਨਾਲ ਜੁੜ ਗਿਆ, ਗੁਰੂ ਦੀ ਵਿਚਾਰ ਤੇਰੇ ਜੀਵਨ ਦਾ ਆਧਾਰ ਬਣ ਗਈ ਹੈ, ਉਦੋਂ ਫਰਕ ਪੈਣਾ। ਸਤਿਗੁਰੂ ਜੀ ਕਹਿੰਦੇ ਭਲਿਓ ਰੱਬ ਦਾ ਘਰ ਤਾਂ ਉਹ ਹੈ ਕਬੀਰ, ਜੇ ਦਰ ਆਵਤ ਜਾਤੇ ਹੋ ਹਟਕੇ ਨਾਹੀ ਕੋਏ, ਸੋ ਦਰ ਕੈਸੇ ਛੋੜੀਐ ਜੋ ਦਰ ਐਸਾ ਹੋਏ। ਖੁਦਾ ਦਾ ਘਰ ਰੱਬ ਦਾ ਘਰ ਤਾਂ ਉਹ ਘਰ ਹੈ ਜਿੱਥੇ ਕਿਸੇ ਨੂੰ ਕਦੇ ਆਉਣ ਦੀ ਮਨਾਹੀ ਨਹੀਂ, ਕਿਉਂਕਿ ਸਾਰੇ ਜੀਵ ਹੀ ਰੱਬ ਦੇ ਪੈਦਾ ਕੀਤੇ ਹੋਏ ਨੇ। ਇੱਥੇ ਆਉਣ ਦੀ ਨਹੀਂ ਕਿਸੇ ਨੂੰ ਮਨਾਹੀ ਕਿ ਤੂੰ ਕਿਹੜੇ ਧਰਮ ਦੇ ਨਾਲ ਸੰਬੰਧ ਰੱਖਣ ਵਾਲਾ ਹੈ। ਜਦੋਂ ਆਪਾਂ ਸਤਿਗੁਰਾਂ ਦੀ ਪਾਵਨ ਬਾਣੀ ਪੜ੍ਹਦੇ ਹਾਂ, ਸਤਿਗੁਰਾਂ ਦੇ ਜੀਵਨ ਨੂੰ ਵਿਚਾਰਦੇ ਹਾਂ ਤੇ ਸਮਝ ਲੱਗਦੀ ਹੈ ਕਿ ਸਤਿਗੁਰਾਂ ਨੇ ਏਡੀ ਵੱਡੀ ਦੁਨੀਆ ਦੇ ਅੰਦਰ ਕਲਾ ਵਰਤਾਈ, ਆਪਣੇ ਆਪ ਤੋਂ ਆਪਣੀ ਉਸਤਤ ਨਹੀਂ ਕੀਤੀ। ਜੇ ਸਤਿਗੁਰਾਂ ਦੀ ਪਾਵਨ ਬਾਣੀ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ 123 ਸਵਈਏ ਸਤਿਗੁਰਾਂ ਦੀ ਉਸਤਤ ਦੇ ਵਿੱਚ ਨੇ, ਉਹ ਜਿਹੜੀ ਉਸਤਤ ਹੈ ਉਹ ਵੀ ਬਾਹਰੋਂ ਆਏ ਮਨੁੱਖਾਂ ਨੇ, ਭੱਟਾਂ ਨੇ ਕੀਤੀ ਹੋਈ ਹੈ। ਗੁਰੂ ਸਾਹਿਬਾਂ ਨੇ ਆਪਣੇ ਆਪ ਨੂੰ ਬਾਣੀ ਦੇ ਅੰਦਰ ਨਾਨਕ ਨੀਚ ਕਹੇ ਵਿਚਾਰ ਤਾਂ ਆਖਿਆ ਹੋਵੇਗਾ, ਪਰ ਆਪਣੇ ਆਪ ਨੂੰ ਬਾਣੀ ਦੇ ਅੰਦਰ ਸਲਾਹਿਆ ਨਹੀਂ।
ਜਿੱਥੇ ਸਿਫਤ ਦੀ ਗੱਲ ਆਈ ਉੱਥੇ ਸਤਿਗੁਰਾਂ ਨੇ ਕਿਹਾ ਵੱਡੇ ਕੀਆਂ ਵਡਿਆਈਆਂ ਕਿਛ ਕਹਿਣ ਨਾ ਜਾਏ। ਵੱਡਾ ਅਕਾਲ ਪੁਰਖ ਹੈ, ਵੱਡਾ ਰੱਬ ਹੈ ਜਿਨੇ ਸਭ ਨੂੰ ਪੈਦਾ ਕੀਤਾ ਹੈ। ਅੱਜ ਪਟਨਾ ਸਾਹਿਬ ਦੀ ਧਰਤੀ ਦੇ ਉੱਤੇ ਧਿਆਨ ਮਾਰ ਕੇ ਦੇਖਿਓ, ਜੇਕਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਭ ਤੋਂ ਪਹਿਲਾਂ ਕਿਸੇ ਨੇ ਰਾਜ ਪ੍ਰਗਟ ਕੀਤਾ ਉਹ ਸਿੱਖ ਨਹੀਂ ਹੈ, ਉਹ ਸਿੱਖ ਨਹੀਂ ਹੈ, ਮੁਸਲਮਾਨ ਧਰਮ ਦੇ ਨਾਲ ਸੰਬੰਧ ਰੱਖਣ ਵਾਲਾ ਬਾਹਰੋਂ ਚੱਲ ਕੇ ਆਇਆ। ਇੱਕ ਤਾਂ ਉਹ ਹੈ ਜਿਨੇ ਕਮਾਲ ਦੀ ਉਸਤਤ ਕੀਤੀ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ। ਹੁਣ ਇੱਕ ਦੂਸਰਾ ਹਿੰਦੂ ਵੀਰ ਹੈ, ਪਹਿਲਾਂ ਮੁਸਲਮਾਨ ਸੀ, ਇੱਕ ਹਿੰਦੂ ਵੀਰ ਜਿਹਦੀ ਮੈਂ ਅੱਜ ਆਪ ਜੀ ਨਾਲ ਵਿਚਾਰ ਸਾਂਝੀ ਕਰਨ ਲੱਗਿਆ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਥੋੜੀ ਉਮਰ ਵਡੇਰੀ ਹੋਈ, ਜਿਵੇਂ ਸਾਡੇ ਛੋਟੇ ਛੋਟੇ ਬੱਚੇ ਬਾਹਰ ਖੇਡਣਾ ਸ਼ੁਰੂ ਕਰ ਦਿੰਦੇ ਨੇ, ਇੱਥੇ ਇੱਕ ਰੱਬ ਦੇ ਨਾਲ ਬੜੀ ਗੂੜੀ ਪ੍ਰੀਤ ਪਾਈ ਬੈਠਾ ਉਸ ਰੱਬ ਦਾ ਪਿਆਰਾ, ਇਹ ਨਾਮ ਹੈ ਪੰਡਤ ਸ਼ਿਵਦੱਤ। ਰੱਬ ਦੀ ਭਗਤੀ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਕੇ ਉਹ ਇਸ ਸਥਾਨ ਦੇ ਉੱਤੇ ਰਹਿਣ ਵਾਲਾ। ਕਈ ਇਤਿਹਾਸਕਾਰਾਂ ਨੇ ਜ਼ਿਕਰ ਕੀਤਾ ਕਿ ਰੱਬ ਦੇ ਦੀਦਾਰੇ ਕਰਨ ਵਾਸਤੇ ਬੜੀਆਂ ਸੂਰਤਾਂ, ਬੜੀਆਂ ਮੂਰਤਾਂ ਆਪਣੇ ਹਿਰਦੇ ਦੇ ਅੰਦਰ ਬਣਾਈਆਂ, ਪਰ ਰੱਬ ਦੇ ਦੀਦਾਰੇ ਨਾ ਹੋਏ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਕੱਲ ਵੀ ਬੇਨਤੀ ਕੀਤੀ ਸੀ, ਨਾਮ ਜਿਹੜਾ ਹੈ ਪਹਿਲਾ ਗੋਬਿੰਦ ਰਾਏ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਉਸਤਤ ਸੁਣੀ, ਵਡਿਆਈ ਸੁਣੀ, ਤੇ ਕਈ ਇਤਿਹਾਸਕਾਰਾਂ ਨੇ ਜ਼ਿਕਰ ਕੀਤਾ ਕਿ ਆਪਣੇ ਹਿਰਦੇ ਦੇ ਅੰਦਰ ਕ੍ਰਿਸ਼ਨ ਦਾ ਉਪਾਸਕ ਸੀ, ਤੇ ਆਪਣੇ ਹਿਰਦੇ ਦੇ ਅੰਦਰ ਅੱਜ ਇੱਕ ਮੰਨਤ ਮੰਨੀ ਕਿ ਜੇਕਰ ਸੱਚਮੁੱਚ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਘਰ ਦੇ ਵਿੱਚ ਪ੍ਰਕਾਸ਼ ਹੋਇਆ ਲਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ, ਜੋ ਲੋਕ ਦੁਨੀਆ ਦੇ ਕਹਿ ਰਹੇ ਨੇ, ਜੇ ਸੱਚਮੁੱਚ ਉਹ ਗੱਲ ਸੱਚੀ ਏ ਤੇ ਅੱਜ ਮੈਂ ਆਪਣੇ ਭਗਵਾਨ ਦੇ ਦਰਸ਼ਨ ਕਰਨਾ ਚਾਹੁੰਦਾ। ਇਤਿਹਾਸ ਕਹਿੰਦਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਉਹਦੀ ਆਪਣੇ ਮਨ ਦੇ ਵਿੱਚ ਬਣਾਈ ਹੋਈ ਮੂਰਤ, ਬਾਣੀ ਵੀ ਇੱਥੇ ਬਖਸ਼ਿਸ਼ ਕਰਦੀ ਹੈ, ਗੁਰ ਕੀ ਮੂਰਤ ਮਨ ਮੈਂ ਧਿਆਨ। ਆਪਣੇ ਮਨ ਦੇ ਅੰਦਰ, ਆਪਣੀ ਸੁਰਤ ਦੇ ਅੰਦਰ ਜਿਹੋ ਜਿਹੀ ਮੂਰਤ ਟਿਕਾਈ ਹੋਈ ਸੀ, ਜਦੋਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਾਹਮਣੇ ਆਏ, ਪੰਡਤ ਸ਼ਿਵਦੱਤ ਨੇ ਆਪਣੀਆਂ ਅੱਖਾਂ ਖੋਲੀਆਂ ਤੇ ਉਹ ਮੂਰਤ ਜਿਹੜੀ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਵਿੱਚੋਂ ਪਾਈ। ਅੱਜ ਪੰਡਤ ਸ਼ਿਵਦੱਤ ਜਿਹੜਾ ਇਹ ਆਪਣਾ ਸਾਰਾ ਕੁਝ ਛੱਡ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਦਾ ਪਿਆਰਾ ਬਣ ਗਿਆ। ਹੁਣ ਇਸੇ ਸ਼ਹਿਰ ਦੇ ਵਿੱਚ ਰਹਿਣ ਵਾਲਾ, ਜਿਹਦਾ ਨਾਮ ਇਤਿਹਾਸ ਦੇ ਵਿੱਚ ਆਇਆ ਰਾਜਾ ਫਤਿਹ ਚੰਦ ਮੈਣੀ, ਇਹਦੇ ਘਰ ਦੇ ਵਿੱਚ ਔਲਾਦ ਨਹੀਂ ਹੈ। ਲੰਬਾ ਸਮਾਂ ਬਤੀਤ ਹੋ ਗਿਆ, ਬੜੇ ਦੁਨੀਆ ਦੇ ਆਸਰੇ ਤੱਕੇ, ਬੜਿਆਂ ਥਾਵਾਂ ਤੇ ਧੱਕੇ ਠੇਡੇ ਖਾਦੇ, ਤੇ ਪੰਡਤ ਸ਼ਿਵਦੱਤ ਦੇ ਕੋਲ ਆਉਂਦੇ ਨੇ ਕਿ ਤੁਸੀਂ ਉਸ ਰੱਬ ਦੇ ਪਿਆਰੇ ਹੋ, ਤੁਸੀਂ ਰੱਬ ਦੇ ਚਰਨਾਂ ਵਿੱਚ ਅਰਜ਼ੋਈ ਕਰੋ ਤਾਂ ਜੋ ਕਿ ਸਾਡੀ ਗੋਦ ਭਰਪੂਰ ਹੋ ਸਕੇ, ਸਾਡੇ ਘਰ ਦੇ ਵਿੱਚ ਸਾਨੂੰ ਔਲਾਦ ਦੀ ਪ੍ਰਾਪਤੀ ਹੋ ਸਕੇ। ਰੱਬ ਜਾਣੇ ਪਹਿਲਾਂ ਕਿੰਨੀ ਕੁ ਵਾਰੀ ਫਰਿਆਦਾਂ ਜਿਹੜੀਆਂ ਪੰਡਤ ਸ਼ਿਵਦੱਤ ਕਰ ਚੁੱਕਿਆ ਸੀ, ਪਤਾ ਨਹੀਂ ਕਿੰਨੀ ਕੁ ਵਾਰੀ ਫਰਿਆਦਾਂ ਕਰ ਚੁੱਕਿਆ ਸੀ। ਪਰ ਅੱਜ ਜਦੋਂ ਆਪ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਦਾ ਪਿਆਸਾ ਬਣ ਗਿਆ, ਅੱਜ ਆਪ ਅਰਜ਼ੋਈ ਨੇ ਕੀਤੀ। ਅੱਜ ਫਤਿਹ ਚੰਦ ਮੈਣੀ ਤੇ ਉਹਦੀ ਪਤਨੀ ਨੂੰ ਕਹਿਣ ਲੱਗੇ, ਪੰਡਤ ਸ਼ਿਵਦੱਤ ਕਹਿੰਦੇ, ਭਲਿਓ ਜੇਕਰ ਸੱਚਮੁੱਚ ਚਾਹੁੰਦੇ ਹੋ, ਜੇ ਸੱਚਮੁੱਚ ਕਿਤੇ ਔਲਾਦ ਦੀ ਪ੍ਰਾਪਤੀ ਕਰਨੀ ਚਾਹੁੰਦੇ ਹੋ, ਅੱਜ ਤੋਂ ਲੈ ਕੇ ਮੇਰੇ ਕੋਲ ਨਾ ਆਇਓ। ਮੈਂ ਬੜੀ ਵਾਰੀ ਬੇਨਤੀ ਕਰਦਾ, ਸਿੱਖਾ ਤੈਨੂੰ ਮਾਣ ਹੋਣਾ ਚਾਹੀਦਾ ਹੈ, ਕਿਉਂਕਿ ਜਿੰਨੀ ਦੇਰ ਤੱਕ ਤੇਰਾ ਭਰੋਸਾ ਗੁਰੂ ਦੇ ਉੱਤੇ ਨਹੀਂ,
ਉਨੀ ਦੇਰ ਤੱਕ ਤੂੰ ਤੇ ਭਾਵੇਂ ਕਹੀ ਜਾ ਕੇ ਗੁਰੂ ਸਾਹਿਬ ਜੀ ਮੈਂ ਤੈਨੂੰ ਆਪਣਾ ਗੁਰੂ ਮੰਨਦਾ। ਜੇ ਗੁਰੂ ਉੱਤੇ ਭਰੋਸਾ ਹੀ ਨਹੀਂ ਤੇ ਫਿਰ ਗੁਰੂ ਨੂੰ ਮੰਨਿਆ ਹੀ ਨਹੀਂ। ਕੇਵਲ ਬਾਹਰੀ ਤੌਰ ਤੇ ਕਹੀ ਜਾਂਦੇ ਆ ਕਿ ਮੇਰਾ ਗੁਰੂ ਹੈ, ਮੈਂ ਗੁਰੂ ਦਾ। ਜਿੱਦਣ ਮੰਨ ਲਿਆ ਗੁਰੂ ਨੂੰ ਸੱਚਮੁੱਚ, ਜਿੱਦਣ ਗੁਰੂ ਦੇ ਉੱਤੇ ਭਰੋਸਾ ਟਿਕ ਗਿਆ, ਆ ਬਾਹਰੋਂ ਆਏ ਮਨੁੱਖ ਦਾ ਭਰੋਸਾ ਗੁਰੂ ਤੇ ਅਟੱਲ ਹੈ। ਪੰਡਤ ਸ਼ਿਵਦੱਤ ਦਾ ਭਰੋਸਾ ਗੁਰੂ ਸਾਹਿਬ ਤੇ ਅਟੱਲ ਹੈ। ਅੱਜ ਫਤਿਹ ਚੰਦ ਮੈਣੀ ਤੇ ਉਹਦੀ ਰਾਣੀ ਨੂੰ ਕਹਿਣ ਲੱਗਾ, ਪੰਡਤ ਸ਼ਿਵਦੱਤ ਜੇ ਸੱਚਮੁੱਚ ਚਾਹੁੰਦੇ ਹੋ ਕਿ ਤੁਹਾਡੇ ਘਰ ਦੇ ਵਿੱਚ ਔਲਾਦ ਦੀ ਪ੍ਰਾਪਤੀ ਹੋ ਜਾਵੇ, ਆ ਇੱਥੇ ਇੱਕ ਨੰਨੀ ਜਿਹੀ ਸੂਰਤ ਫਿਰਦੀ ਏ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਲਾਡਲਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ, ਉਹਦੇ ਦਿਦਾਰੇ ਕਰਕੇ ਆਪਣੇ ਮਨ ਨੂੰ ਇੱਕ ਵਾਰੀ ਸੱਚ ਕਰਕੇ ਇੱਕ ਥਾਂ ਦੇ ਉੱਤੇ ਟਿਕਾ ਕੇ ਆਪਣੇ ਘਰ ਦੇ ਵਿੱਚ ਬਹਿ ਕੇ ਕਿਤੇ ਬਿਰਤੀ ਉਹਦੇ ਚਰਨਾਂ ਨਾਲ ਜੋੜ ਕੇ ਦੇਖੋ। ਮੈਂ ਵਾਅਦੇ ਨਾਲ ਕਹਿਣਾ ਕਿ ਤੁਹਾਡੇ ਮਨ ਦੀਆਂ ਭਾਵਨਾਵਾਂ ਪੂਰੀਆਂ ਹੋ ਜਾਣਗੀਆਂ। ਹੁਣ ਕਹੇਗਾ ਕੌਣ ਜਿਹਦੀਆਂ ਪਹਿਲਾਂ ਭਾਵਨਾਵਾਂ ਆਪਣੀਆਂ ਪੂਰੀਆਂ ਹੋ ਗਈਆਂ। ਮਨੁੱਖ ਦੇ ਕੋਲ ਜੋ ਕੁਝ ਆਪਣੇ ਕੋਲ ਹੈ ਉਹ ਕੁਝ ਦੁਨੀਆ ਦੇ ਅੰਦਰ ਵੰਡਣਾ ਹੈ ਨਾ। ਪੰਡਤ ਸ਼ਿਵਦੱਤ ਜੋ ਅੱਜ ਵੰਡਣ ਲੱਗੇ ਹੈ, ਉਹ ਪੰਡਤ ਸ਼ਿਵਦੱਤ ਨੇ ਪਹਿਲਾਂ ਆਪ ਪ੍ਰਾਪਤ ਕਰ ਲਿਆ। ਆਪਣੀ ਸੁਰਤ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਜੋੜ ਕੇ ਆਪਣੇ ਮਨ ਦੇ ਭਾਵਨਾ ਨੂੰ ਪੂਰਾ ਕੀਤਾ ਹੈ। ਤੇ ਅੱਜ ਪੰਡਤ ਸ਼ਿਵਦੱਤ ਪੁਕਾਰ ਕੇ ਕਹਿੰਦਾ, ਰਾਜਾ ਫਤਿਹ ਚੰਦ ਜੇ ਚਾਹੁੰਦੇ ਹੋ ਮਨ ਦੀ ਭਾਵਨਾਵਾਂ ਪੂਰੀਆਂ ਹੋ ਜਾਣ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸੁਰਤ ਨੂੰ ਆਪਣੇ ਜੀਵਨ ਦੇ ਅੰਦਰ ਟਿਕਾ ਲਓ। ਰਾਜਾ ਫਤਿਹ ਚੰਦ ਮੈਣੀ ਦੀ ਰਾਣੀ ਕਹਿਣ ਲੱਗੀ, ਇਹ ਨਾ ਹੋਵੇ ਕਿ ਮੈਂ ਆਪਣੇ ਘਰ ਦੇ ਵਿੱਚ ਬਿਰਤੀ ਟਿਕਾ ਕੇ ਬੈਠੀ ਰਵਾਂ ਤੇ ਕਿਤੇ ਮੇਰੇ ਉੱਤੇ ਸਤਿਗੁਰਾਂ ਦੀ ਰਹਿਮਤ ਨਾ ਹੋਵੇ। ਤੇ ਪੰਡਤ ਸ਼ਿਵਦੱਤ ਪੁਕਾਰ ਕੇ ਕਹਿਣ ਲੱਗਾ, ਭਲਿਓ ਕਦੇ ਸੁਰਤ ਜੋੜ ਕੇ ਦੇਖੋ, ਉਹ ਸੱਚਾ ਸਤਿਗੁਰੂ ਆਪ ਤੁਹਾਡੇ ਘਰ ਚੱਲ ਕੇ ਆਏਗਾ। ਇਹ ਗੁਰੂ ਸਾਹਿਬ ਜੀ ਦੇ ਸ਼ੁਰੂ ਤੋਂ ਲੈ ਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕੇ ਆਪਾਂ ਵਿਚਾਰਦੇ ਆ ਰਹੇ ਹਾਂ। ਸੰਗਲਾ ਦੀਪ ਦੀ ਧਰਤੀ ਦੇ ਉੱਥੇ ਵੀ ਜਦੋਂ ਰਾਜੇ ਨੂੰ ਪਿਆਸ ਲੱਗੀ ਸੀ ਤੇ ਭਾਈ ਮਨਸੁਖ ਨੇ ਇੱਕ ਬਚਨ ਕਿਹਾ ਸੀ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਐਸੇ ਵੈਦ ਨੇ, ਐਸੇ ਡਾਕਟਰ ਨੇ ਜਿਹੜੇ ਸਾਰੀਆਂ ਦਵਾਈਆਂ ਨਾਲ ਲੈ ਕੇ ਚੱਲੇ ਨੇ। ਤੁਸੀਂ ਉਹਦੇ ਚਰਨਾਂ ਵਿੱਚ ਸੁਰਤ ਟਿਕਾ ਕੇ ਦੇਖੋ, ਤੁਹਾਨੂੰ ਉੱਥੇ ਜਾਣ ਦੀ ਜ਼ਰੂਰਤ ਨਹੀਂ ਪਏਗੀ, ਗੁਰੂ ਨਾਨਕ ਸਾਹਿਬ ਆਪ ਚੱਲ ਕੇ ਆਣਗੇ। ਤੂੰ ਸਿੱਖਾ ਕਦੇ ਗੁਰੂ ਦੇ ਚਰਨਾਂ ਨਾਲ ਪ੍ਰੀਤਤਾ ਕਰਕੇ ਦੇਖ। ਰਾਜਾ ਫਤਿਹ ਚੰਦ ਮੈਣੀ ਉਹਦੀ ਰਾਣੀ ਆਪਣੇ ਘਰ ਦੇ ਵਿੱਚ ਗਏ। ਅੱਜ ਘਰ ਦੇ ਵਿੱਚ ਜਾ ਕੇ ਸੁਰਤ ਜੋੜ ਕੇ ਬੈਠੇ ਨੇ, ਗੁਰੂ ਸਾਹਿਬ ਜੀ ਦੇ ਨਾਮ ਨੂੰ ਵਾਰ-ਵਾਰ ਚਿਤਾਰ ਰਹੇ ਨੇ। ਕੁਝ ਸਮਾਂ ਬਤੀਤ ਹੋਇਆ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਜਿਸ ਤਰ੍ਹਾਂ ਅੱਜ ਸਾਡੇ ਬੱਚੇ ਖੇਡਦੇ ਆ, ਅੱਜ ਤੇ ਸਮਾਂ ਹੀ ਹੋਰ ਹੋ ਗਿਆ। ਪਿੰਡਾਂ ਦੇ ਵਿੱਚ ਜਿਹੜਾ ਸਮਾਂ ਸੀ, ਕਈ ਰਾਤ ਦੇ ਤੱਕ ਰਾਤ ਗੁਜ਼ਰ ਜਾਣੀ ਤੇ ਬੱਚਿਆਂ ਨੇ ਏਦਾਂ ਹੀ ਇੱਕ ਦੂਸਰੇ ਦੇ ਘਰਾਂ ਦੇ ਵਿੱਚ ਖੇਡਦੇ ਰਹਿਣਾ। ਅੱਜ ਦਾ ਸਮਾਂ ਜਿਹੜਾ, ਅੱਜ ਸਮਾਂ ਬਦਲ ਗਿਆ, ਉਹ ਸਮਾਂ ਨਹੀਂ ਰਿਹਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਆਪਣੇ ਹਾਣੀਆਂ ਦੇ ਨਾਲ ਖੇਡਦਿਆਂ ਉਧਰੋਂ ਫਤਿਹ ਚੰਦ ਮੈਣੀ ਦੀ ਰਾਣੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਸੁਰਤ ਜੋੜ ਕੇ ਬੈਠੀਏ ਤੇ ਬੱਚਿਆਂ ਦੇ ਨਾਲ ਖੇਡਦਿਆਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਫਤਿਹ ਚੰਦ ਦੇ ਘਰ ਦੇ ਵਿੱਚ ਗਏ ਤੇ ਇਹਦੀ ਰਾਣੀ ਜਿਹੜੀ ਸੀ ਸੁਰਤ ਜੋੜ ਕੇ ਗੁਰੂ ਚਰਨਾਂ ਵਿੱਚ ਬੈਠੀ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪਿੱਛੋਂ ਦੀ ਜਾ ਕੇ ਮਾਂ ਦੇ ਗਲ ਵਕੜੀ ਪਾ ਕੇ ਕਿਹਾ, ਮਾਂ ਮੈਂ ਆ ਗਿਆ। ਇੰਨੀ ਦੇਰ ਸੀ ਜਦੋਂ ਇਹ ਬਚਨ ਸੁਣੇ, ਗਲ ਵਕੜੀ ਪਾਈ ਗੁਰੂ ਸਾਹਿਬ ਜੀ ਨੇ, ਕਿਹਾ ਮਾਂ ਮੈਂ ਆ ਗਿਆ। ਕਹਿੰਦੇ ਰਾਣੀ ਫਤਿਹ ਚੰਦ ਜਿਹੜੀ ਸੀ, ਇਹਨੇ ਸਤਿਗੁਰਾਂ ਨੂੰ ਆਪਣੀ ਗੋਦ ਦੇ ਵਿੱਚ ਲਿਆ, ਗੋਦ ਦੇ ਵਿੱਚ ਬਿਠਾ ਕੇ
फिर कहती पुੱਤ एक बारी मैनू फिर मां कह के पुकार। सतगुरु जी फिर कहते मां मैं आ गया। कहती पुੱਤ वे फिर कह। इसे तरह कहंदियां कहंदियां रानी फतेह चंद जिहड़ी सी वो गुरु दे प्यार दे विच इन्नी अभेद हो गई कि ओनू इस गल दा चेता ही भुल गया कि मैं तां गुरु साहब दे चरनां दे विचों दात मंगनी सी। मैं ते इस वास्ते बंदगी कर रही सां, इस वास्ते ध्यान जोड़दी सां कि कदों और नन्नी सुरत मेरियां अखां दे सामने आवे ते मैं उन्हां दे चरनां दे विच अपनी बिरती टिका के उन्हां दे कोलों अपने घर विच औलाद दी प्राप्ति वास्ते बेनती कर लवां। प्यार दे विच इन्नी रिझ गई, कदे सतगुरां दे हथ चुमदी ए, कदे गुरु गोबिंद सिंह साहब महाराज जी दा मत्था चुमदी ए। रज रज के गुरु साहब जी नूं प्यार कीता। समा बतीत होया, चेता आया, ध्यान आया मन दे विच, ओ मना मैं तां इस पातशाह दे चरनां दे विचों दात मंगनी सी ते गल वकड़ी लई होई, कुछ ढिली होई है। ते गुरु साहब जी ने बचन कीता, कहन लगे मां दी ममता ते ऐसी हुंदी है वो तां अखीर वाले सवास दे तक भी मां दी ममता कदे फिक्की नहीं पैंदी। दुनिया दे अंदर झात मार के बैठे वेखियो सारे गृहस्थियां किसे दी धी, किसे दा पुत्र, किसे भी तरह दा होवे, पर जेड़ी माता पिता दी प्रीत है ना ਉਹਦੇ ਵਿੱਚ फर्क नहीं पैंदा। हो सकता है कई बारी माता पिता किते बच्चे नूं झिड़क भी मार देन, पर कुछ समय बच्चा बोले ना बच्चा बोले ना आवाज़ कन्नां विच ना पवे ते उदों ही मन दे विचों चीसां निकलदियां। सतगुरु जी कहन लगे मां दी प्रीत तां इन्नी गूढ़ी हुंदी है कि वह अखीर वाले सवास तक भी कदे फिक्की नहीं पैंदी। मां अजे ते समा ही कुछ कु होया, तेरी गल वकड़ी ढिली पै गई है। फतेह चंद रानी ने कहा पुੱਤ वे जेड़ी मेरे मन दे अंदर रीझ सी, जेड़ी मेरे मन दे अंदर एक कल्पना सी कि कदों तेरे दीदारे होण, मैं तेरे चरनां दे विचों दात मंगनी सी। मैं चाहुंदी सी मेरे घर दे विच मैनू किसे धी, किसे पुत्र दी दात प्राप्त हो जावे, पर पुੱਤ वे तेरे प्यार दे विच मैं इन्ना अगे चली गई कि मैनू वो दात मंगण दा चेता ही भुल गया। सतगुरु गुरु गोबिंद सिंह महाराज जी कहन लगे मां अज तो लैके मैं ही तेरा पुत्र होवांगा, मैं जिथे मर्जी होवां, मां तू एक बारी याद करी, मैं तेनू उत्थे ही आके मिलांगा। घर दे विच ਜਿਹੜਾ ਛੋਲਿਆਂ ਦੀਆਂ ਘੁੰਗਣੀਆਂ ਬਣਾ ਕੇ ਪ੍ਰਸ਼ਾਦਾ ਤਿਆਰ ਕੀਤਾ ਸੀ, ਉਹ ਪ੍ਰਸ਼ਾਦਾ ਛਕਾਇਆ ਸਤਿਗੁਰਾਂ ਨੂੰ, ਨਾਲ ਦੇ ਹਾਣੀਆਂ ਨੂੰ ਪ੍ਰਸ਼ਾਦਾ ਛਕਾਇਆ। ਬੜੇ ਆਨੰਦ ਦੇ ਵਿੱਚ ਗੁਰੂ ਦੀ ਪ੍ਰੀਤ ਦੇ ਵਿੱਚ ਸਾਰੇ ਕਾਰਜ ਕੀਤੇ। ਤੇ ਜਦੋਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਹਦੇ ਘਰ ਤੋਂ ਚੱਲੇ ਤੇ ਇਹਨੇ ਸਤਿਗੁਰਾਂ ਦੀ ਬਾਹ ਫੜ ਲਈ ਤੇ एक बेनती की, दोवें हाथ जोड़ के कहन लगे पुੱਤ वे मावा दो ने बच्चा एके, तू दोनों मावां दी गोद दे विच किवें समावेगा। सतगुरु गुरु गोबिंद सिंह महाराज जी कहन लगे मां जिस तरह अखां दो हुंदियां ने पर दोनों स्नेहा एक देंदियां, जो खब्बी अख स्नेहा देंदी है सज्जी अख भी उही स्नेहा देंदी है। इसे तरह मामा भावें दो ने, गोदा भावें दो ने, मां स्नेहा एक ही होवेगा।
ਜਦੋਂ ਮੈਂ ਉਧਰ ਵਾਲੀ ਮਾਂ ਦੀ ਗੋਦ ਵਿੱਚ ਹੋਵਾਂਗਾ ਉਦੋਂ ਤੇਰੀ ਮਮਤਾ ਸ਼ਾਂਤ ਹੋ ਜਾਇਆ ਕਰੇਗੀ। ਜਦੋਂ ਮੈਂ ਤੇਰੀ ਗੋਦ ਵਿੱਚ ਹੋਵਾਂਗਾ ਉਦੋਂ ਮਾਤਾ ਗੁਜਰ ਕੌਰ ਦੀ ਮਮਤਾ ਸ਼ਾਂਤ ਹੋ ਜਾਇਆ ਕਰੇਗੀ। ਸਤਿਗੁਰਾਂ ਨੇ ਆਪਣਾ ਪੂਰਾ ਜੀਵਨ ਜਿਹੜਾ ਸੀ ਰਾਜਾ ਫਤਿਹ ਚੰਦ ਮੈਣੀ ਦੀ ਪਤਨੀ ਨੂੰ ਮਾਂ ਕਹਿ ਕੇ ਪੁਕਾਰਿਆ। ਉਹ ਵੀ ਜਿੰਨਾ ਦੇਰ ਤੱਕ ਦੁਨੀਆ ਦੇ ਵਿੱਚ ਰਹੀਏ ਤੇ ਉਹਨੇ ਵੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਪੁੱਤ ਪੁੱਤ ਕਹਿ ਕੇ ਪੁਕਾਰਿਆ। ਭਾਵੇਂ ਉਹਦੇ ਘਰ ਦੇ ਵਿੱਚ ਔਲਾਦ ਨਹੀਂ ਹੋਈ, ਤੁਸੀਂ ਦੁਨੀਆ ਅੰਦਰ ਕਦੇ ਝਾਤ ਮਾਰ ਕੇ ਦੇਖਿਓ, ਜੇ ਰੱਬ ਨੇ ਕਿਸੇ ਨੂੰ ਔਲਾਦ ਦਿੱਤੀ ਵੀ ਹੈ ਤੇ ਕਿੰਨਾ ਕੁ ਸਮਾਂ ਉਹਦਾ ਦੁਨੀਆ ਦੇ ਅੰਦਰ ਨਾਮ ਰਹਿੰਦਾ। ਇੱਕ ਨਹੀਂ ਤੇ ਦੋ ਪੀੜ੍ਹੀਆਂ ਯਾਦ ਕਰ ਲੈਣਗੀਆਂ। ਅਸੀਂ ਆਪਣੇ ਦਾਦਿਆਂ ਪੜਦਾਦਿਆਂ ਦੇ ਨਾਂ ਕਿੰਨੇ ਕੁ ਰੋਸ਼ਨ ਕਰ ਦਿੱਤੇ ਦੁਨੀਆ ਦੇ ਅੰਦਰ, ਇਦਾਂ ਹੀ ਹੈ। ਪਰ ਰਾਜਾ ਫਤਿਹ ਚੰਦ ਮੈਣੀ ਤੇ ਉਹਦੀ ਰਾਣੀ, ਉਹਦੇ ਘਰ ਦੇ ਵਿੱਚ ਔਲਾਦ ਨਹੀਂ, ਪਰ ਜਿੰਨੀ ਦੇਰ ਤੱਕ ਦੁਨੀਆ ਧਰਤੀ ਤੇ ਅਸਮਾਨ ਰਹੇਗਾ ਉਨੀ ਦੇਰ ਤੱਕ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਚੇਤੇ ਕੀਤਾ ਜਾਂਦਾ ਹੈ, ਉੱਥੇ ਇਤਿਹਾਸ ਦੇ ਵਿੱਚ ਸੁਨਹਿਰੀ ਅੱਖਰਾਂ ਦੇ ਵਿੱਚ ਰਾਜਾ ਫਤਿਹ ਚੰਦ ਮੈਣੀ ਤੇ ਉਹਦੀ ਪਤਨੀ ਨੂੰ ਵੀ ਯਾਦ ਕੀਤਾ ਜਾਂਦਾ। ਰਹਿੰਦੀ ਦੁਨੀਆ ਦੇ ਤੱਕ ਇਤਿਹਾਸ ਦੇ ਵਿੱਚ ਉਹਨਾਂ ਦਾ ਨਾਮ ਚਮਕਦਾ ਰਹੇਗਾ। ਅੱਜ ਕਈ ਵਾਰੀ ਤੁਸੀਂ ਦੁਨੀਆ ਅੰਦਰ ਝਾਤ ਮਾਰ, ਸਾਨੂੰ ਸਾਰਾ ਕੁਝ ਦੁਨੀਆ ਵਿੱਚੋਂ ਮਿਲ ਜਾਂਦਾ, ਕਿਸੇ ਦੇ ਘਰ ਔਲਾਦ ਨਹੀਂ ਉਹ ਵੀ ਦੁਖੀ ਏ, ਜਿਹਦੇ ਘਰ ਧੀਆਂ ਨੇ ਪੁੱਤਰ ਨਹੀਂ ਅੱਜ ਉਹ ਵੀ ਕਈ ਵਾਰੀ ਦੁਖੀ ਹੁੰਦਾ ਦੂਜਿਆਂ ਵੱਲ ਦੇਖ ਕੇ। ਪਰ ਜਦੋਂ ਆਪਾਂ ਗੁਰੂ ਘਰ ਦੇ ਵਿੱਚ ਕਿਤੇ ਝਾਤ ਮਾਰਦੇ ਆ ਨਾ ਤੇ ਗੁਰੂ ਘਰ ਦੇ ਵਿੱਚੋਂ ਸਾਨੂੰ ਇੰਨੀ ਤਰਾਸ ਮਿਲਦੀ ਹੈ, ਬੇਬੇ ਨਾਨਕੀ ਦਾ ਕੋਈ ਧੀ ਪੁੱਤਰ ਨਹੀਂ। ਰਹਿੰਦੀ ਦੁਨੀਆ ਦੇ ਤੱਕ ਦੁਨੀਆ ਵਿੱਚ ਨਾ ਚਮਕਦਾ ਰਹੇਗਾ। ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ 10ਵੇਂ ਪਾਤਸ਼ਾਹ ਦੇ ਜੀਵਨ ਦੇ ਵਿੱਚ ਜੇ ਰਾਜਾ ਫਤਿਹ ਚੰਦ ਮੈਣੀ ਆਇਆ ਤੇ ਉਹਦਾ ਵੀ ਨਾਮ ਦੁਨੀਆ ਦੇ ਅੰਦਰ ਸੁਨਹਿਰੀ ਅੱਖਰਾਂ ਦੇ ਵਿੱਚ ਚਮਕਦਾ ਰਹੇਗਾ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਿਨ ਬ ਦਿਨ ਜਿਵੇਂ ਜਿਵੇਂ ਉਮਰ ਦੇ ਵਿੱਚ ਵਾਧਾ ਹੁੰਦਾ ਜਾਂਦਾ ਹੈ, ਕੁਝ ਸਿਆਣੇ ਹੁੰਦੇ ਜਾਂਦੇ ਨੇ। ਇਤਿਹਾਸ ਕਹਿੰਦਾ ਗੰਗਾ ਦੇ ਕਿਨਾਰੇ ਬੱਚਿਆਂ ਦੇ ਨਾਲ ਕਈ ਵਾਰੀ ਖੇਡਣ ਵਾਸਤੇ ਚਲੇ ਜਾਂਦੇ ਨੇ। ਅੱਜ ਵੀ ਤੁਸੀਂ ਦੇਖਿਓ ਕਿਤੇ ਪਾਣੀ ਲੱਭੇ ਤੇ ਬੱਚੇ ਗੀਟੇ ਚੁੱਕ ਕੇ ਮਿੱਟੀ ਚੁੱਕ ਕੇ ਪਾਣੀ ਦੇ ਵਿੱਚ ਸੁੱਟਣਾ ਸ਼ੁਰੂ ਕਰ ਦਿੰਦੇ ਨੇ। ਸਾਰੇ ਬੱਚੇ ਕੋਈ ਪੱਥਰ ਚੁੱਕ ਕੇ ਪਾਣੀ ਅੰਦਰ ਸੁੱਟਦਾ ਹੈ, ਕੋਈ ਮਿੱਟੀ ਦੀ ਢੇਲੀ ਚੁੱਕ ਕੇ ਪਾਣੀ ਦੇ ਅੰਦਰ ਸੁੱਟਦਾ ਹੈ। ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਇਤਿਹਾਸ ਕਹਿੰਦਾ ਬੜੇ ਕੀਮਤੀ ਕੰਗਣ ਦੋ ਪਾਏ ਹੋਏ ਨੇ ਤੇ ਉਹਨਾਂ ਨੂੰ ਉਤਾਰ ਕੇ ਇੱਕ ਕੰਗਣ ਜਿਹੜਾ ਉਹ ਗੰਗਾ ਨਦੀ ਦੇ ਵਿੱਚ ਸੁੱਟ ਦਿੱਤਾ। ਮਾਮਾ ਕਿਰਪਾਲ ਚੰਦ ਜੀ ਨੂੰ ਪਤਾ ਲੱਗਿਆ, ਮਾਂ ਗੁਜਰ ਕੌਰ ਜੀ ਨੂੰ ਪਤਾ ਲੱਗਿਆ ਕਿ ਐਡਾ ਕੀਮਤੀ ਕੰਗਣ ਤੇ ਨਦੀ ਦੇ ਵਿੱਚ ਸੁੱਟ ਦਿੱਤਾ। ਸਤਿਗੁਰਾਂ ਨੂੰ ਆ ਕੇ ਪੁੱਛਿਆ, ਮਾਂ ਗੁਜਰ ਕੌਰ ਨੇ, ਪੁੱਤ ਵੇ ਉਹ ਕੰਗਣ ਕਿੱਥੇ ਸੁੱਟਿਆ? ਤੇ ਸਤਿਗੁਰਾਂ ਨੇ ਦੂਜੇ ਹੱਥ ਤੋਂ ਉਤਾਰ ਕੇ ਉਹ ਵੀ ਨਦੀ ਦੇ ਵਿੱਚ ਸੁੱਟ ਕੇ ਕਹਿੰਦੇ ਮਾਂ ਇੱਥੇ ਕੁ ਸੁੱਟਿਆ ਸੀ। ਅੱਜ ਭਾਵੇਂ ਜਦੋਂ ਆਪਾਂ ਅੰਮ੍ਰਿਤ ਸੰਚਾਰ ਦੀ ਗੱਲ ਕਰਦੇ ਆ ਨਾ, ਉਦੋਂ ਕਈ ਵਾਰੀ ਸਵਾਲ ਪੈਦਾ ਹੁੰਦੇ ਨੇ ਕਿ ਐਡਾ ਸਾਜੋ ਸਮਾਨ ਸਾਰਾ ਇਕੱਠਾ ਇੱਕਦਮ ਕਿੱਥੋਂ ਹੋ ਗਿਆ? ਆ ਜੀਵਨ ਤੋਂ ਪਹਿਲੇ ਦਿਨ ਤੋਂ ਗੱਲ ਸ਼ੁਰੂ ਹੋ ਗਈ ਹੈ। ਸਤਿਗੁਰੂ ਜੀ ਕਹਿੰਦੇ ਮਾਂ ਇਹ ਕੀਮਤੀ ਗਹਿਣੇ ਹੋਣਗੇ ਲੋਕਾਂ ਦੇ ਵਾਸਤੇ, ਦੁਨੀਆ ਦੇ ਵਾਸਤੇ। ਇਹ ਕੀਮਤੀ ਗਹਿਣੇ ਉਹਨਾਂ ਨੂੰ ਸੋਹਣੇ ਲੱਗਦੇ। ਸਤਿਗੁਰਾਂ ਦੇ ਜੀਵਨ ਵਿੱਚ ਬੜੇ ਐਸੇ ਆਏ ਜਿਨ੍ਹਾਂ ਨੇ ਕਦੇ ਹੱਥ ਦੇ ਨਾਲ ਕਾਰ ਨਹੀਂ ਸੀ ਕੀਤੀ, ਕਦੇ ਗੁਰੂ ਚਰਨਾਂ ਵਿੱਚ ਸੇਵਾ ਨਹੀਂ ਸੀ ਕੀਤੀ, ਤੇ ਉਹਨਾਂ ਨੇ ਭਾਵੇਂ ਹੱਥਾਂ ਦੇ ਉੱਤੇ ਕਈ ਕਈ ਗਹਿਣੇ ਸਜਾਏ ਹੋਏ ਸਨ, ਦੇਖਣ ਵਾਸਤੇ ਹੱਥ ਬੜੇ ਸੁੰਦਰ ਸਨ, ਤੇ ਸਤਿਗੁਰਾਂ ਦੇ ਵਾਸਤੇ ਜਲ ਲੈ ਕੇ ਆਉਣ ਲੱਗੇ। ਸਤਿਗੁਰੂ ਜੀ ਕਹਿੰਦੇ ਕਦੇ ਮੁਰਦੇ ਦੇ ਹੱਥੋਂ ਵੀ ਕਿਸੇ ਨੇ ਪਾਣੀ ਪੀਤਾ ਹੈ? ਕਹਿੰਦੇ ਨਹੀਂ ਪਾਤਸ਼ਾਹ, ਮੈਂ ਮੁਰਦਾ ਨਹੀਂ, ਮੈਂ ਮੁਰਦਾ ਨਹੀਂ, ਮੈਂ ਤਾਂ ਬਹੁਤ ਵੱਡੇ ਘਰਾਣੇ ਦੇ ਨਾਲ ਸੰਬੰਧ ਰੱਖਣ ਵਾਲਾ।
ਮੈਂ ਤੇ ਏਡੇ ਵੱਡੇ ਘਰਾਣੇ ਦੇ ਨਾਲ ਸੰਬੰਧ ਰੱਖਣ ਵਾਲਾ ਕਿ ਮੈਂ ਕਦੇ ਜੋੜੇ ਆਪਣੇ ਹੱਥਾਂ ਦੇ ਨਾਲ ਪੈਰੀ ਨਹੀਂ ਪਾਏ। ਸਤਿਗੁਰੂ ਜੀ ਕਹਿੰਦੇ ਫਿਰ ਮੁਰਦਿਆਂ ਵਾਲੇ ਤੇ ਕੰਮ ਹੋਏ। ਜਿਹੜਾ ਬੰਦਾ ਆਪਣੇ ਸਰੀਰ ਦੀ ਕਿਰਿਆ ਆਪਣੇ ਕਰ ਸਕਦਾ ਉਹ ਤਾਂ ਮੁਰਦਾ ਹੀ ਹੈ। ਇਹ ਰੱਬ ਨੇ ਸਰੀਰ ਦਿੱਤਾ ਹੈ ਸੇਵਾ ਸਿਮਰਨ ਦੇ ਵਾਸਤੇ, ਮਨੁੱਖਾ ਜੀਵਨ ਦਾ ਸਮਾਂ ਦਿੱਤਾ ਹੈ ਰੱਬ ਦੀ ਇਬਾਦਤ ਦੇ ਵਾਸਤੇ। ਜਿਹੜਾ ਰੱਬ ਦੀ ਇਬਾਦਤ ਕਰ ਲੈਂਦਾ ਹੈ ਉਹ ਮਨੁੱਖ ਗੁਰੂ ਚਰਨਾਂ ਦੇ ਵਿੱਚ ਆਇਆ ਹੋਇਆ ਪ੍ਰਵਾਨ ਹੋ ਜਾਂਦਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਕਿਵੇਂ ਕਿਵੇਂ ਗੰਗਾ ਨਦੀ ਦੇ ਉੱਤੇ ਇਹ ਸਾਰੀ ਖੇਡ ਵਰਤੀ, ਕਿਵੇਂ ਕਿਵੇਂ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੱਲ ਦੇ ਦੀਵਾਨਾਂ ਦੇ ਵਿੱਚ ਕੋਸ਼ਿਸ਼ ਕਰਾਂਗੇ ਸਾਂਝ ਪਾਈਏ ਕਿ ਸਾਮ ਦੀ ਧਰਤੀ ਤੋਂ ਆਏ ਪਟਨਾ ਸਾਹਿਬ ਦੀ ਧਰਤੀ ਦੇ ਉੱਤੇ ਕਿਸ ਤਰ੍ਹਾਂ ਦਾ ਮਾਹੌਲ ਸੀ। ਉਸ ਤੋਂ ਪਹਿਲਾਂ ਜਿਹੜਾ ਇਤਿਹਾਸ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹਕੂਮਤ ਦੇ ਮੁਨਾਦੇ ਆਉਂਦੇ ਨੇ, ਉਹਨਾਂ ਨੂੰ ਸਤਿਗੁਰੂ ਜੀ ਦੰਦ ਚੜਾ ਕੇ ਉਹਨਾਂ ਨੂੰ ਬੇਇੱਜ਼ਤ ਕਰਦੇ ਨੇ। ਇਹ ਸਾਰਾ ਕੁਝ ਕਿਵੇਂ ਪਟਨਾ ਸਾਹਿਬ ਦੀ ਧਰਤੀ ਉੱਤੇ ਹੋਇਆ ਵਰਤਿਆ ਅਗਲੇ ਦੀਵਾਨਾਂ ਦੇ ਵਿੱਚ ਸਾਂਝ ਪਾਉਣ ਦੇ ਯਤਨ ਕਰਾਂਗੇ ਜੀ। ਸਤਿਗੁਰੂ ਜੀ ਕਿਰਪਾ ਰਹਿਮਤ ਬਖਸ਼ਿਸ਼ ਕਰਨ। ਅਸੀਂ ਸਤਿਗੁਰਾਂ ਦੇ ਪਾਏ ਹੋਏ ਪੂਰਨਿਆਂ ਦੇ ਉੱਤੇ ਚੱਲ ਕੇ ਗੁਰੂ ਦੀ ਇਬਾਦਤ, ਗੁਰੂ ਦੀ ਪ੍ਰੀਤ ਤੇ ਪ੍ਰਤੀਤ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਕੇ ਇਸ ਦੁਨੀਆ ਦੇ ਵਿੱਚ ਆਏ ਹੋਏ ਸਫਲ ਹੋ ਸਕੀਏ। ਹੋਈਆਂ ਬੇਅੰਤ ਭੁੱਲਾਂ ਤੋਂ ਖਿਮਾ ਬਖਸ਼ਣੀ ਜੀ। ਆਈਆਂ ਹੋਈਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ। ਪਿਆਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹਿਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ।